ਕੱਲ ਪਟਨਾ ਦੇ ਵਿੱਚ ਬੀਜੇਪੀ ਦੀ ਵਿਰੋਧੀ ਪਾਰਟੀਆਂ ਦੇ ਵੱਲੋਂ ਇੱਕ ਅਹਿਮ ਤੇ ਵੱਡੀ ਮੀਟਿੰਗ ਕੀਤੀ ਗਈ। ਲੇਕਿਨ ਇਸ ਮੀਟਿੰਗ ਤੇ ਖਤਮ ਹੋਣ ਤੋਂ ਬਾਅਦ ਕੁਝ ਸਵਾਲ ਉੱਠੇ ਨੇ। ਸਵਾਲ ਇਹ ਕਿ ਇਹ ਗਠਬੰਧਨ ਚੱਲ ਪਾਏਗਾ, ਕਿ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਆਪਸ ਦੇ ਵਿੱਚ ਖਿੱਚੋਤਾਣ ਤਾਂ ਨਹੀਂ ਹੋਏਗੀ, ਤੇ ਸਭ ਤੋਂ ਅਹਿਮ ਸਵਾਲ ਅਰਵਿੰਦ ਕੇਜਰੀਵਾਲ ਆਖਰ ਪ੍ਰੈਸ ਕਾਨਫਰੰਸ ਨੂੰ ਛੱਡ ਕੇ ਕਿਉਂ ਚਲੇ ਗਏ? ਕੀ ਉਹ ਗਠਬੰਧਨ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ? ਕਿ ਸੱਚਮੁੱਚ ਆਰਡੀਨੈਂਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਲੋਕਤੰਤਰ ਦੀ ਲੜਾਈ ਲੜ ਰਹੇ ਨੇ, ਜਾਂ ਫਿਰ ਮਾਮਲਾ ਸਿਰਫ ਨਿੱਜੀ ਹਿੱਤਾਂ ਤੱਕ ਹੈ? ਇਹਨਾਂ ਕੱਲੇ ਸਵਾਲਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਆਮ ਆਦਮੀ ਪਾਰਟੀ ਦੀ ਲੀਪਾ ਪੋਤੀ ਦੀ। ਸੋ ਕਿਰਕਰੀ ਹੋਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਆਪਣੀ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਲੀਪਾ ਪੋਤੀ ਸ਼ੁਰੂ ਕੀਤੀ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਉੱਪਰ। ਕਿਸ ਤਰ੍ਹਾਂ ਦੀ ਲੀਪਾ ਪੋਤੀ ਹੋਈ ਹੈ, ਕਿਸ ਮਾਮਲੇ ਦੇ ਵਿੱਚ ਹੋਈ ਹੈ, ਕਿਸ ਤਰ੍ਹਾਂ ਦੇ ਆਦੇਸ਼ ਲੀਪਾ ਪੋਤੀ ਦੇ ਤਹਿਤ ਜਾਰੀ ਕੀਤੇ ਗਏ ਨੇ, ਗੱਲਬਾਤ ਇਸ 'ਤੇ ਵੀ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੀ, ਜਿਹੜਾ ਕਿ ਜ਼ਮੀਨ ਹੜੱਪਣ ਦੇ ਮਾਮਲੇ ਦੇ ਵਿੱਚ ਹੁਣ ਵਿਵਾਦਾਂ ਦੇ ਵਿੱਚ ਆ। ਕਿਸ ਤਰ੍ਹਾਂ ਦਾ ਵਿਵਾਦ ਹੈ, ਐਮਐਲਏ ਕੌਣ ਹੈ ਤੇ ਕਿਸ ਤਰੀਕੇ ਦੇ ਨਾਲ ਜ਼ਮੀਨ ਹੜੱਪਣ ਦੇ ਦੋਸ਼ ਲੱਗੇ ਨੇ, ਗੱਲਬਾਤ ਉਸ ਐਮਐਲਏ ਬਾਰੇ ਵੀ ਕਰਾਂਗੇ। ਤੇ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਸਰ, ਕੱਲ ਇੱਕ ਅਹਿਮ ਮੀਟਿੰਗ ਬੀਜੇਪੀ ਦੀ ਵਿਰੋਧੀ ਪਾਰਟੀਆਂ ਦੇ ਵੱਲੋਂ ਬੀਜੇਪੀ ਨੂੰ 2024 ਦੇ ਵਿੱਚ ਭਟਕਣੀ ਦੇਣ ਦੇ ਲਈ ਮੀਟਿੰਗ ਹੋਈ। ਵਿਰੋਧੀ ਧਿਰਾਂ ਇਕੱਠੀਆਂ ਵੀ ਹੋਈਆਂ, ਵਾਦ ਸੰਵਾਦ ਵੀ ਹੋਏ, ਲੇਕਿਨ ਇੱਕ ਕੁਝ ਵੱਡੇ ਸਵਾਲ ਇਸ ਮੀਟਿੰਗ ਤੋਂ ਬਾਅਦ। ਸਵਾਲ ਇਹ ਕਿ ਇਹ ਜਿਹੜੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਇੱਕ ਮੰਚ ਤੇ ਇਕੱਠੀਆਂ ਹੋ ਪਾਉਣਗੀਆਂ? ਕਿ ਹੁਣ ਜੋ 10 ਤੋਂ 12 ਤਰੀਕ ਨੂੰ ਇੱਕ ਨਵੀਂ ਮੀਟਿੰਗ ਰੱਖੀ ਗਈ ਹੈ, ਜਿਹਦੀ ਪ੍ਰਧਾਨਗੀ ਖੜਗੇ ਸਾਹਿਬ ਕਰਨਗੇ, ਕਿ ਉੱਥੇ ਸੀਟਾਂ ਦਾ ਬਟਵਾਰੇ ਨੂੰ ਲੈ ਕੇ ਕੋਈ ਖਿੱਚੋਤਾਣ ਤਾਂ ਨਹੀਂ ਵਧੇਗੀ, ਸਹਿਮਤੀ ਬਣ ਪਾਏਗੀ? ਤੇ ਸਭ ਤੋਂ ਅਹਿਮ ਸਵਾਲ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ ਮੀਟਿੰਗ 'ਚ ਤਾਂ ਸ਼ਾਮਿਲ ਹੋਏ ਆਪਣੇ ਲੀਡਰਾਂ ਦੇ ਨਾਲ, ਲੇਕਿਨ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਉਹ ਇਸ ਸਾਰੇ ਲੋਕਾਂ ਨੂੰ, ਸਾਰੇ ਲੀਡਰਾਂ ਨੂੰ ਅਲਵਿਦਾ ਕਹਿ ਕੇ ਉੱਥੋਂ ਚਲੇ ਗਏ ਸੀ। ਸਾਂਝੀ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਨਹੀਂ ਹੋਏ। ਕੀ ਸੰਕੇਤ? ਕਿ ਸਿਰਫ ਔਰ ਸਿਰਫ ਉਹ ਆਰਡੀਨੈਂਸ ਦੇ ਮੁੱਦੇ ਨੂੰ ਹੀ ਮੁੱਦਾ ਸਮਝਦੇ ਨੇ? ਕਿ ਆਰਡੀਨੈਂਸ ਨੂੰ ਹੀ ਰੋਕਣਾ, ਲੋਕਤੰਤਰ ਨੂੰ ਬਚਾਉਣਾ ਹੈ, ਜਾਂ ਫਿਰ ਆਰਡੀਨੈਂਸ ਨੂੰ ਲੈ ਕੇ ਆਪਣੇ ਨਿੱਜੀ ਮੁਫਾਦਾਂ ਦੇ ਲਈ ਹੀ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਸੀ? ਕਿਉਂਕਿ ਉਸ ਤੋਂ ਬਾਅਦ ਉਹਨਾਂ ਵੱਲੋਂ ਫਿਰ ਤੋਂ ਸ਼ਰਤ ਵੀ ਜੇਕਰ ਗੱਲ ਆਰਡੀਨੈਂਸ ਦੀ ਨਹੀਂ ਹੋਵੇਗੀ ਤਾਂ ਗਠਬੰਧਨ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਕਿਵੇਂ ਦੇਖ ਰਹੇ ਹੋ ਇਸ ਪੂਰੇ ਮਾਮਲੇ ਨੂੰ? ਲਖਵਿੰਦਰ ਜੀ, ਕੱਲ ਬਿਹਾਰ 'ਚ ਜਿਸ ਤਰੀਕੇ ਨਾਲ ਮੀਟਿੰਗ ਹੋਈ, ਅਸੀਂ ਕਹਿ ਸਕਦੇ ਕਿ ਖਾਸ ਤੌਰ ਤੇ ਭਾਜਪਾ ਦਾ ਜਿਹੜਾ ਵਿਜੇ ਰੱਥ ਆ 2024 ਦੇ ਵਿੱਚ, ਉਸ ਨੂੰ ਰੋਕਣ ਦੇ ਮਨੋਰਥ ਦੇ ਨਾਲ ਇਹ ਮੀਟਿੰਗ ਜਿਹੜੀ ਹੈ ਕੱਲ ਬਿਹਾਰ ਦੇ ਵਿੱਚ ਪਟਨਾ ਸਾਹਿਬ ਹੋਈ। ਦੇਸ਼ ਦੀਆਂ ਜਿਹੜੀਆਂ 15 ਕਹਿ ਸਕਦੇ ਕਿ ਮਹੱਤਵਪੂਰਨ ਜਿਹੜੀਆਂ ਪਾਰਟੀਆਂ ਨੇ ਉਹ ਇਕੱਠੀਆਂ ਹੋਈਆਂ, ਤੇ ਇਹਨਾਂ ਦੇ ਵਿੱਚ 12 ਉਹ ਪਾਰਟੀਆਂ ਸਨ ਜਿਨ੍ਹਾਂ ਦੀ ਰਾਜ ਸਭਾ ਦੇ ਵਿੱਚ ਸ਼ਮੂਲੀਅਤ ਅੱਜ ਦੀ ਤਰੀਕ ਵਿੱਚ ਹੈਗੀ। ਇਹ ਜੋ ਮੀਟਿੰਗ ਹੋਈ, ਇਸ ਤੇ ਅਗਰ ਵੇਖਿਆ ਜਾਏ ਤਾਂ ਤੁਹਾਡੇ ਪ੍ਰਸ਼ਨ ਦੇ ਦੋ ਹਿੱਸੇ ਬਣਦੇ। ਇੱਕ ਪ੍ਰਸ਼ਨ ਦਾ ਹਿੱਸਾ ਤੁਹਾਡਾ ਸਵਾਲ ਜਿਹੜਾ ਕੀਤਾ ਸੀ, ਇੱਕ ਤਾਂ ਇਹ ਆ ਕਿ ਇਹ ਜਿਹੜੀਆਂ 15 ਪਾਰਟੀਆਂ ਉੱਥੇ ਇਕੱਠੀਆਂ ਹੋਈਆਂ, ਕਿ ਭਾਜਪਾ ਦਾ ਉਸ ਤਰੀਕੇ ਦਾ ਮੁਕਾਬਲਾ ਕਰ ਸਕਣਗੇ ਇਕੱਠੇ ਹੋ ਕੇ, ਤਾਂ ਜੋ ਭਾਜਪਾ ਤੋਂ ਰੱਥ, ਜਿਹੜਾ ਭਾਜਪਾ ਦਾ ਵਿਜੇ ਰੱਥ, ਉਸ ਨੂੰ ਢੱਕਿਆ ਜਾ ਸਕੇ, ਜਿਹੜਾ 2014 ਔਰ 2019 ਦੇ ਵਿੱਚ ਆਪਣਾ ਪਰਚਮ ਲਹਿਰਾ ਕੇ ਦਿੱਲੀ ਦੇ ਉੱਤੇ ਕਾਬਜ਼ ਹੋਇਆ। ਇੱਕ ਤਾਂ ਗੱਲ ਇਹ ਹੈ। ਉਹਦੇ ਸੰਬੰਧ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਸ਼ਮੂਲੀਅਤ ਕੀਤੀ, 15 ਪਾਰਟੀਆਂ ਜਿਹੜੀਆਂ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ਨੇ। ਔਰ ਇਸ ਸਾਰੀ ਮੀਟਿੰਗ ਦੇ ਵਿੱਚ ਨਿਤੀਸ਼ ਕੁਮਾਰ ਜਿਹੜਾ ਆ, ਉਹ ਇੱਕ ਅਸੀਂ ਕਹਿ ਸਕਦੇ ਕਿ ਕੇਂਦਰ ਦੇ ਰੂਪ ਦੇ ਵਿੱਚ ਸਾਰੀ ਮੀਟਿੰਗ ਦੇ ਵਿੱਚ ਉਹ ਉੱਭਰ ਕੇ ਪੇਸ਼ ਹੋਏ ਨੇ। ਕੇਂਦਰ ਬਿੰਦੂ ਦੇ ਤੌਰ ਤੇ ਕਹਿ ਸਕਦੇ ਹਾਂ ਕਿ ਕੱਲ ਨੂੰ ਸ਼ਾਇਦ ਜੇਕਰ ਇਹ ਗੱਠਜੋੜ ਸਫਲ ਰਹਿੰਦਾ ਤਾਂ ਉਹ ਇੱਕ ਮਹੱਤਵਪੂਰਨ ਭੂਮਿਕਾ ਜਿਹੜੀ ਨਿਭਾਉਂਦੇ ਨਜ਼ਰ ਆਉਣ। ਦੂਸਰੇ ਪਾਸੇ ਜਿਹੜਾ ਪ੍ਰਸ਼ਨ ਤੁਸੀਂ ਕੀਤਾ ਉਹ ਹੈ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਅਰਵਿੰਦ ਕੇਜਰੀਵਾਲ ਦੇ ਨਾਲ। ਅਰਵਿੰਦ ਕੇਜਰੀਵਾਲ ਬੀਤੇ ਲੰਬੇ ਸਮੇਂ ਤੋਂ ਜੋ ਦਿੱਲੀ ਸਰਕਾਰ ਦੇ ਖਿਲਾਫ ਆਰਡੀਨੈਂਸ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ, ਉਸ ਦੇ ਖਿਲਾਫ, ਉਸ ਆਰਡੀਨੈਂਸ ਦੇ ਖਿਲਾਫ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਆ, ਤਾਂ ਜੋ ਇਹ ਬਿੱਲ ਜਦੋਂ ਰਾਜ ਸਭਾ 'ਚ ਜਾਵੇ
ਤੇ ਉੱਥੇ ਇਹ ਬਿੱਲ ਡਿੱਗ ਪਵੇ। ਇਸ ਕਾਰਨ ਅਰਵਿੰਦ ਕੇਜਰੀਵਾਲ ਵੱਲੋਂ ਹਰ ਉਸ ਪਾਰਟੀ ਨਾਲ ਸੰਪਰਕ ਸਥਾਪਿਤ ਕੀਤਾ ਜਾ ਰਿਹਾ ਜਿਸ ਤੇ ਉਮੀਦਵਾਰ ਰਾਜ ਸਭਾ ਦੇ ਵਿੱਚ ਹਨ, ਪਰ ਅਜੇ ਤੱਕ ਕਾਂਗਰਸ ਨੇ ਇਸ ਮੁੱਦੇ ਦੇ ਉੱਤੇ ਆਪਣੇ ਜਿਹੜੇ ਪੱਤੇ ਆ ਉਹ ਨਹੀਂ ਖੋਲੇ। ਅਰਵਿੰਦ ਕੇਜਰੀਵਾਲ ਕੇਵਲ ਤੇ ਕੇਵਲ ਇਸ ਆਰਡੀਨੈਂਸ ਨੂੰ ਲੈ ਕੇ ਹੀ ਚੱਲਦੇ ਪਏ ਆ ਤੇ ਇਸ ਆਰਡੀਨੈਂਸ ਦੀ ਆੜ ਦੇ ਵਿੱਚ ਉਹ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰਦੇ, ਲੋਕਤੰਤਰ ਦੇ ਉੱਤੇ ਹਮਲੇ ਦੀ ਗੱਲ ਕਰਦੇ ਆ ਤੇ ਪਰ ਦੂਜੀਆਂ ਪਾਰਟੀਆਂ ਵੱਲੋਂ ਤਾਂ ਉਹਨਾਂ ਨੂੰ ਸਮਰਥਨ ਮਿਲ ਚੁੱਕਾ ਇਸ ਮੁੱਦੇ ਦੇ ਉੱਤੇ, ਪਰ ਕਾਂਗਰਸ ਦੇ ਅਜੇ ਤੱਕ ਆਪਣੇ ਪੱਤੇ ਜਿਹੜੇ ਆ ਉਹ ਨਹੀਂ ਖੋਲੇ। ਪੰਜਾਬ ਦੀ ਜਿਹੜੀ ਕਾਂਗਰਸ ਇਕਾਈ ਆ ਉਹ ਵੀ ਇਸ ਦਾ ਵਿਰੋਧ ਕਰ ਚੁੱਕੀ ਹੈ ਕਿ ਅਸੀਂ ਇਹ ਤਾਂ ਅਰਵਿੰਦ ਕੇਜਰੀਵਾਲ ਤੇ ਨਹੀਂ ਜਾਣਾ। ਕਾਂਗਰਸ ਦੀ ਜਦੋਂ ਮੀਟਿੰਗ ਹੋਈ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੇ ਨਾਲ ਤਾਂ ਉਹਨਾਂ ਨੇ ਆਪਣਾ ਸਾਰਾ ਕੁਝ ਤੱਥ ਦਾ ਪੱਖ ਜਿਹੜਾ ਪੇਸ਼ ਕਰ ਦਿੱਤਾ ਸੀ ਕਿ ਹਾਂ ਭਈ ਅਸੀਂ ਇਸ ਮੁੱਦੇ ਤੇ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਖੜੇ। ਤਾਂ ਇਸ ਕਰਕੇ ਅਜੇ ਤੱਕ ਕਾਂਗਰਸ ਪਾਰਟੀ ਇਸ ਮੁੱਦੇ ਦੇ ਉੱਤੇ ਆਪਣੇ ਪੱਤੇ ਜਿਹੜੇ ਆ ਉਹ ਨਹੀਂ ਖੋਲੇ। ਕੱਲ ਹੁਣ ਜਿਸ ਤਰੀਕੇ ਨਾਲ ਮੀਟਿੰਗ ਹੋਈ ਤਾਂ ਅਰਵਿੰਦ ਕੇਜਰੀਵਾਲ ਹੁਣ ਇਹ ਚਾਹੁੰਦੇ ਸੀ ਕਿ ਹਾਂ ਭਈ ਕਾਂਗਰਸ ਜਿਹੜੀ ਹੈ ਇਸ ਮੁੱਦੇ ਤੇ ਆਪਣਾ ਖੁੱਲ੍ਹ ਕੇ ਸਮਰਥਨ ਜਾਂ ਜੋ ਵੀ ਬਿਆਨ ਆ ਉਹ ਜਾਰੀ ਕਰੇ ਜਿਸ ਤਰੀਕੇ ਨਾਲ ਗੱਲ ਉਹਨਾਂ ਨੇ, ਪਰ ਕਾਂਗਰਸ ਨੇ ਆਪਣਾ ਬਿਆਨ ਇਸ ਸੰਦਰਭ ਦੇ ਵਿੱਚ ਕੋਈ ਵੀ ਜਿਹੜਾ ਜਾਰੀ ਨਹੀਂ ਕੀਤਾ। ਹੁਣ ਅਜਿਹੀ ਸਥਿਤੀ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਹੋਣ ਲੱਗੀ ਤਾਂ ਅਰਵਿੰਦ ਕੇਜਰੀਵਾਲ ਉਸ ਮੀਟਿੰਗ ਦੇ ਵਿੱਚ ਮਾਫ ਕਰਦਾ ਉਸ ਪ੍ਰੈਸ ਕਾਨਫਰੰਸ 'ਚ ਸ਼ਾਮਲ ਨਹੀਂ ਹੋਏ, ਉੱਥੇ ਉਹ ਚਲੇ ਗਏ। ਭਾਵ ਉਹਨਾਂ ਨੇ ਲੋਕਤੰਤਰ ਨੂੰ ਜਾਂ 2024 ਦੀਆਂ ਚੋਣਾਂ ਤੋਂ ਉਹਨਾਂ ਮਹੱਤਤਾ ਜਿਹੜੀ ਹੈ ਨਹੀਂ ਦਿੱਤੀ ਜਿੰਨੀ ਮਹੱਤਤਾ ਉਹਨਾਂ ਨੇ ਉਸ ਆਰਡੀਨੈਂਸ ਦੇ ਖਿਲਾਫ ਕਾਂਗਰਸ ਦੇ ਉਸ ਬਿਆਨ ਨੂੰ ਦਿੱਤੀ ਕਿ ਉਹ ਬਿਆਨ ਜਾਰੀ ਕਰੇ। ਖੈਰ ਉਹਨਾਂ ਨੇ ਬਿਆਨ ਨਹੀਂ ਦਿੱਤਾ, ਅਰਵਿੰਦ ਕੇਜਰੀਵਾਲ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ ਜੀ। ਹੁਣ ਜਿਹੜਾ ਪ੍ਰਸ਼ਨ ਜਿਹੜੀ ਸਥਿਤੀ ਹੈ ਜੋ ਤੁਹਾਡਾ ਪ੍ਰਸ਼ਨ ਹੈ ਕਿ ਇਹ ਕੀ ਹੈ, ਨਿੱਜੀ ਦੀ ਲੜਾਈ ਹੈ, ਬਿਲਕੁਲ ਆਪਾਂ ਕਹਿ ਸਕਦੇ ਹਾਂ ਲਖਵਿੰਦਰ ਮਾਨ ਸਾਹਿਬ ਕਿ ਜਿਹੜੀਆਂ ਸਥਿਤੀਆਂ ਚੱਲਦੀਆਂ ਪਈਆਂ ਜੇ ਤਾਂ ਲੋਕਤੰਤਰ ਦੀ ਹੱਤਿਆ ਦੇ ਸਵਾਲ ਦੇ ਸੰਦਰਭ 'ਚ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਉਸ ਦੇ ਪ੍ਰਸੰਗ ਵਿੱਚ ਉਸ ਦਾ ਕੀ ਸਟੈਂਡ ਹੈ ਜਿਸ ਦੀ ਉਹ ਦੁਹਾਈ ਦੇ ਰਹੀ ਹੈ। ਜੇਕਰ ਸ਼ਹੀਨ ਬਾਗ ਦਾ ਮੋਰਚਾ ਲੱਗਦਾ ਉੱਥੇ ਆਮ ਆਦਮੀ ਪਾਰਟੀ ਦਾ ਸਟੈਂਡ ਕੀ ਸੀ? ਨੰਬਰ 1, ਜਦੋਂ ਧਾਰਾ 370 ਤੋੜੀ ਗਈ ਕਸ਼ਮੀਰ ਦੇ ਵਿੱਚ ਉਦੋਂ ਆਮ ਆਦਮੀ ਬਿਲਕੁਲ ਚੁੱਪ ਰਹੀ ਜੀ। ਇਹਦੇ ਪ੍ਰਤੀ ਜਿਹੜਾ ਸਵਾਲ ਹੈ ਉਹ ਗੱਲਾਂ ਨੇ ਵੀ ਉਠਾਇਆ, ਆਮ ਲੋਕ ਵੀ ਕਹਿੰਦੇ ਆ। ਉਸ ਵਕਤ ਅਰਵਿੰਦ ਕੇਜਰੀਵਾਲ ਬਿਲਕੁਲ ਚੁੱਪ ਰਹੇ। ਇੱਕ ਕਿਸਮ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਸਮਰਥਨ ਜਿਹੜਾ ਉਹ ਕੀਤਾ। ਹੁਣ ਅਜਿਹੀ ਸਥਿਤੀ ਦੇ ਵਿੱਚ ਜਦੋਂ ਦਿੱਲੀ ਜਿਹੜਾ ਉਹਨਾਂ ਦਾ ਜਿੱਥੇ ਉਹਨਾਂ ਦੀ ਸਰਕਾਰ ਹੈ, ਜਦੋਂ ਕੇਂਦਰ ਸਰਕਾਰ ਉਹਨਾਂ ਦੇ ਹੱਕਾਂ ਜਾਂ ਹਿੱਤਾਂ ਦੇ ਉੱਤੇ ਕਿਸਮ ਨਾਲ ਉਹਨਾਂ ਦੇ ਕਹਿਣ ਅਨੁਸਾਰ ਡਾਕਾ ਮਾਰਦੀ ਪਈ ਹੈ ਜਾਂ ਉਹਨਾਂ ਨੂੰ ਸੀਮਿਤ ਕਰ ਰਹੀ ਹੈ ਉਹਨਾਂ ਦੇ ਅਧਿਕਾਰਾਂ ਨੂੰ, ਤਾਂ ਉਸ ਸਮੇਂ ਉਹ ਲੋਕਤੰਤਰ ਦੀ ਦੁਹਾਈ ਦੇ ਰਹੇ। ਤਾਂ ਕੁਦਰਤੀ ਤੌਰ ਤੇ ਸਿੱਧਾ ਪ੍ਰਭਾਵ ਇਹੋ ਹੀ ਜਾਂਦਾ ਕਿ ਅਰਵਿੰਦ ਕੇਜਰੀਵਾਲ ਅੱਜ ਦੀ ਤਰੀਕ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਉਹ ਸਿਰਫ ਤੇ ਸਿਰਫ ਆਰਡੀਨੈਂਸ ਨੂੰ ਰੱਦ ਕਰਾਉਣ ਦੀ ਕਰਾਉਣ ਨੂੰ ਹੀ ਜੰਗ ਜਿਹੜੀ ਉਹ ਲੜਦੇ ਪਏ ਆ। ਹੋਰ ਇਸ ਤੋਂ ਇਲਾਵਾ ਉਹਨਾਂ ਦਾ ਲੋਕਤੰਤਰ ਦੇ ਸੰਬੰਧ ਦੇ ਵਿੱਚ ਕੋਈ ਵੀ ਅਸੀਂ ਕਹਿ ਸਕਦੇ ਹਾਂ ਲੋਕਤੰਤਰ ਨੂੰ ਬਚਾਉਣ ਦੇ ਵਿੱਚ ਜਾਂ ਲੋਕਤੰਤਰ ਦੇ ਪੱਖ ਦੇ ਵਿੱਚ ਜਾ ਕੇ ਕੋਈ ਗੱਲ ਕਰਨ ਦੀ ਕੋਈ ਸਮਝ ਜਿਹੜੀ ਆਉਂਦੀ ਨਹੀਂ ਆ। ਇਹ ਲੜਾਈ ਕੇਵਲ ਤੇ ਕੇਵਲ ਉਹਨਾਂ ਨੇ ਆਪਣੀ ਆਰਡੀਨੈਂਸ ਨੂੰ ਰੱਦ ਕਰਾਉਣ ਤੱਕ ਹੀ ਸੀ ਜਿਹੜੀ ਰੱਖੀ ਹੈ ਜੀ। ਜਦੋਂ ਕਿ ਦੂਜੇ ਪਾਸੇ ਦੇਸ਼ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ 15 ਦੇ ਕਰੀਬ ਜਿਨ੍ਹਾਂ ਦੀ ਕੱਲ ਮੀਟਿੰਗ ਹੋਈ ਆ ਉਹਨਾਂ ਦਾ ਜਿਹੜਾ ਮਨੋਰਥ ਆ ਉਹ ਆਰਡੀਨੈਂਸ ਨਹੀਂ ਹੈ, ਉਹ ਬਹੁਤ ਗਾਂਹ ਜਾ ਕੇ ਜਿਹੜਾ 2024 ਦੇ ਵਿੱਚ ਚੋਣਾਂ ਦੇ ਵਿੱਚ ਭਾਜਪਾ ਦਾ ਇੱਕ ਜ਼ਬਰਦਸਤ ਮੁਕਾਬਲਾ ਕਰਨ ਦਾ ਮਨੋਰਥ ਹੈਗਾ। ਤਾਂ ਹੁਣ ਵੇਖਣ ਵਾਲੀ ਗੱਲ ਇਹ ਹੈਗੀ ਕਿ ਅਰਵਿੰਦ ਕੇਜਰੀਵਾਲ ਦੀ ਇਸ ਵਿੱਚ ਭੂਮਿਕਾ ਕੀ ਹੈ। ਕੀ ਉਹਨਾਂ ਨੇ ਉਸ ਗੱਠਜੋੜ ਦਾ ਹਿੱਸਾ ਇਹ ਬਣ ਕੇ ਜਿਸ ਤਰੀਕੇ ਨਾਲ ਇਹਨਾਂ ਨੇ ਗੱਲ ਕੀਤੀ ਉਹ ਤਾਂ ਸਰ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਕੋਲ ਫਿਰ ਤੋਂ ਸਟੇਟਮੈਂਟ ਆ ਚੁੱਕੀ ਹੈ ਵੀ ਜੇ ਆਰਡੀਨੈਂਸ ਦੀ ਗੱਲ ਨਹੀਂ ਹੋਏਗੀ ਤਾਂ ਅਸੀਂ ਗਠਬੰਧਨ ਦਾ ਹਿੱਸਾ ਨਹੀਂ ਬਣਾਂਗੇ। ਇਹ ਉਹਨਾਂ ਦੇ ਬੁਲਾਰੇ ਵੱਲੋਂ ਸਟੇਟਮੈਂਟ ਆ ਚੁੱਕੀ ਹੈ। ਕਿਵੇਂ ਦੇਖ ਰਹੇ ਹੋ ਫਿਰ ਇਹਨਾਂ ਦੀ ਸਟੇਟਮੈਂਟ ਤੋਂ ਬਾਅਦ ਕਿ ਹੁਣ ਆਮ ਆਦਮੀ ਪਾਰਟੀ ਇਕੱਲੇ ਆਪਣੀ ਲੜਾਈ ਲੜ ਸਕੇਗੀ? ਬਿਲਕੁਲ ਦੇਖੋ, ਇੱਕ ਗੱਲ ਮੰਨ ਸਕਦੇ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀਆਂ ਇੱਛਾਵਾਂ ਨੇ ਉਹ ਕੇਂਦਰ ਦੇ ਵਿੱਚ ਆਪਣਾ ਇੱਕ ਅਲੱਗ ਤਰ੍ਹਾਂ ਦਾ ਰੂਪ ਸਥਾਪਿਤ ਕਰਨ ਦੇ ਮੂਡ 'ਚ ਨੇ ਕਿ ਜਿਸ ਤਰੀਕੇ ਨਾਲ ਪ੍ਰਭਾਵ ਉਸਦਾ ਇਹ ਦੇਣ ਦੀ ਕੋਸ਼ਿਸ਼ ਆ ਕਿ 2 ਰਾਜਾਂ ਦੇ ਵਿੱਚ ਉਸ ਦੀ ਸਰਕਾਰ ਹੈਗੀ ਹੈ ਔਰ ਕਾਂਗਰਸ ਤੋਂ ਬਾਅਦ ਉਹ ਇੱਕ ਵੱਡੀ ਪਾਰਟੀ ਹੈਗੀ ਜਿਸ ਤਰੀਕੇ ਨਾਲ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ। ਔਰ ਜਿਸ ਤਰੀਕੇ ਦੀ ਉਹਨਾਂ ਦੀ ਇਹ ਸਟੇਟਮੈਂਟ ਆਈ ਜਿਹੜਾ ਬਿਆਨ ਦੀ ਤੁਸੀਂ ਗੱਲ ਕਰ ਰਹੇ ਜੇ ਕਿ ਜੇਕਰ ਆਰਡੀਨੈਂਸ ਦੀ ਗੱਲ ਨਹੀਂ ਕਰੇਗਾ ਤਾਂ ਅਸੀਂ ਉਸ ਦੇ ਗੱਠਜੋੜ ਦਾ ਹਿੱਸਾ ਨਹੀਂ ਹੋਵਾਂਗੇ। ਤਾਂ ਮਾਨ ਸਾਹਿਬ ਕੁਦਰਤੀ ਤੌਰ ਤੇ ਫਿਰ ਆਮ ਆਦਮੀ ਪਾਰਟੀ ਨੂੰ ਇਹ ਵੇਖਣਾ ਹੋਵੇਗਾ ਕਿ 2024 ਦੇ ਵਿੱਚ ਉਸ ਦੀ ਭੂਮਿਕਾ ਜਿਹੜੀ ਹੈ ਉਹ ਕੀ ਬਣਦੀ ਹੈ। ਕਿ ਉਹ ਇਕੱਲੇ ਤੌਰ ਤੇ
ਚੋਣਾਂ ਲੜਨਗੇ ਜਾਂ ਕਿਸੇ ਗੱਠਜੋੜ ਦਾ ਹਿੱਸਾ ਬਣ ਕੇ ਚੋਣਾਂ ਲੜਨਗੇ। ਇਹ ਤਾਂ ਫਿਰ ਹੁਣ ਜਿਹੜੀ ਸਥਿਤੀ ਆ ਉਹ ਬਾਅਦ ਵਿੱਚ ਸਪਸ਼ਟ ਹੋਵੇਗੀ। ਪਰ ਇਹਦੇ ਨਾਲ ਲਖਵਿੰਦਰ ਜੀ, ਜੇਕਰ ਦੇਸ਼ ਦੀਆਂ 15 ਪਾਰਟੀਆਂ ਇੱਕ ਵੱਖਰਾ ਸਾਂਝਾ ਮੋਰਚਾ ਬਣਾਉਂਦੀਆਂ ਨੇ, ਆਮ ਆਦਮੀ ਪਾਰਟੀ ਉਸ ਗੱਠਜੋੜ ਦਾ ਹਿੱਸਾ ਨਹੀਂ ਬਣਦੀ, ਤਾਂ ਕੁਦਰਤੀ ਤੌਰ ਤੇ ਇਸ ਦੇ ਨਾਲ ਜਿਹੜਾ ਫਾਇਦਾ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਜਾਵੇਗਾ ਤੇ ਵਿਰੋਧੀ ਧਿਰਾਂ ਨੂੰ ਇਹ ਕਹਿਣ ਦਾ ਮੌਕਾ ਮਿਲੇਗਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ B ਟੀਮ ਦਾ ਹਿੱਸਾ ਬਣ ਕੇ ਜਿਹੜਾ ਉਹ ਕੰਮ ਕਰਦੀ ਪਈ ਹੈ। ਬੇਸ਼ੱਕ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੱਧਰ ਤੇ ਚੋਣਾਂ ਲੜਨ ਨੂੰ ਤਿਆਰ ਆ, ਉਹ ਕਿਸੇ ਦਾ ਸਮਝੌਤਾ ਜਿਹੜਾ ਉਹ ਨਹੀਂ ਕਰੂਗੀ, ਕਿਉਂਕਿ ਜਲੰਧਰ ਦੀ ਜਿੰਨੀ ਚੋਣ ਦੇ ਵਿੱਚ ਜਿਸ ਤਰੀਕੇ ਦਾ ਉਸਨੂੰ ਹਲਾਰਾ ਮਿਲਿਆ ਉਹ ਬਹੁਤ ਜ਼ਿਆਦਾ, ਅਸੀਂ ਕਹਿ ਸਕਦੇ ਲੋੜ ਤੋਂ ਵੱਧ, ਅਸੀਂ ਕਹਿ ਸਕਦੇ ਕਿ ਆਤਮ ਜਿਹੜੀ ਹੁੰਦੀ ਹੈ ਬੰਦਾ ਸਵੈ ਵਿਸ਼ਵਾਸ ਲੋੜ ਤੋਂ ਵੱਧ ਉਹਨਾਂ ਨੂੰ ਮਿਲ ਚੁੱਕਾ। ਸ਼ਾਇਦ ਇਸੇ ਹੀ ਕਾਰਨ ਉਹਨਾਂ ਦਾ ਇਹ ਜਿਹੜਾ ਬਿਆਨ ਜਿਹੜਾ ਆਇਆ ਕਿ ਜਿਹੜਾ ਆਰਡੀਨੈਂਸ ਦੇ ਹੱਕ ਵਿੱਚ ਜਿਹੜਾ ਬਿਆਨ ਨਹੀਂ ਜਾਰੀ ਕਰੇਗਾ, ਇਸ ਦੇ ਉੱਤੇ ਗੱਠਜੋੜ ਦਾ ਹਿੱਸਾ ਨਹੀਂ ਬਣੇਗਾ। ਤਾਂ ਕੁਦਰਤੀ ਤੌਰ ਤੇ ਲਖਵਿੰਦਰ ਜੀ ਫਿਰ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਜ਼ਰੂਰ ਵਧਣਗੀਆਂ, ਕਿਉਂਕਿ ਇੱਕ ਪਾਸੇ 15 ਪਾਰਟੀਆਂ ਦਾ ਸਾਂਝਾ ਮੋਰਚਾ, ਦੂਜੇ ਪਾਸੇ ਭਾਜਪਾ, ਤੀਸਰੇ ਪਾਸੇ ਜੇਕਰ ਇਕੱਲੇ ਆਮ ਆਦਮੀ ਪਾਰਟੀ ਲੜਦੀ ਹੈ ਤਾਂ ਕੁਦਰਤੀ ਤੌਰ ਤੇ ਤੁਸੀਂ ਵੇਖ ਲਓ ਬੀਤੇ ਦੌਰ 'ਚ ਗੁਜਰਾਤ ਵਿੱਚ ਇਸ ਦਾ ਕੀ ਹਾਲ ਹੋਇਆ, ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਦਾ ਕੀ ਹਾਲ ਹੋਇਆ, ਤੇ ਹੁਣ ਕੁਦਰਤੀ ਤੌਰ ਤੇ ਜੇਕਰ ਇਕੱਲੇ ਲੜਨਗੇ ਤਾਂ ਫਿਰ ਉਹ ਜਿਹੀ ਸਥਿਤੀ ਨਹੀਂ ਹੈਗੀ ਕਿ ਭਾਜਪਾ ਨੂੰ ਜ਼ਬਰਦਸਤ ਟੱਕਰ ਇਹ ਦੇ ਸਕਣ। ਸੋ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਜਿਹੜੀ ਲੜਾਈ ਆਰਡੀਨੈਂਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਹੈ, ਇਹ ਲੜਾਈ ਕੇਵਲ ਆਰਡੀਨੈਂਸ ਤੱਕ ਸੀਮਤ ਰਹੇਗੀ, ਆਰਡੀਨੈਂਸ ਨੂੰ ਰੱਦ ਕਰਾਉਣ ਤੱਕ ਸੀਮਤ ਰਹੇਗੀ, ਜਾਂ ਦੂਜੇ ਪਾਸੇ ਕੋਈ ਨਵੀਆਂ ਪਲਾਂਘਾਂ ਸਥਾਪਿਤ ਕਰਨ ਦੀ ਮੋਰਚਾ ਅਰਵਿੰਦ ਕੇਜਰੀਵਾਲ ਜਿਸ ਤਰੀਕੇ ਦੇ ਉਹਨਾਂ ਦੇ ਬਿਆਨ ਜਿਹੜੇ ਆ ਰਹੇ ਆ। ਪਰ ਇੱਕ ਗੱਲ ਕਹਿਣੀ ਜ਼ਰੂਰੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਕਿਸੇ ਵੀ ਗੱਠਜੋੜ ਦਾ ਹਿੱਸਾ, ਭਾਜਪਾ ਦੇ ਖਿਲਾਫ ਹੋਣ ਵਾਲੇ ਗੱਠਜੋੜ ਦਾ ਹਿੱਸਾ ਨਹੀਂ ਬਣਦੀ, ਤਾਂ ਆਉਂਦੇ ਸਮੇਂ ਦੇ ਵਿੱਚ ਕੁਦਰਤੀ ਤੌਰ ਤੇ ਇਸ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਜ਼ਰੂਰ ਵੱਧ ਸਕਦੀਆਂ ਨੇ, ਕਿਉਂਕਿ ਦਿੱਲੀ ਔਰ ਪੰਜਾਬ ਦੇ ਵਿੱਚ ਹੀ ਸਰਕਾਰ ਹਨ ਇਸ ਆਮ ਆਦਮੀ ਪਾਰਟੀ ਦੀਆਂ, ਔਰ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ ਉਹਨਾਂ ਦਾ ਨਿਸ਼ਾਨਾ ਫਿਰ ਭਾਜਪਾ ਦੇ ਨਾਲ ਆਮ ਆਦਮੀ ਪਾਰਟੀ ਵੀ ਹੋਏਗਾ। ਅਣਖੀ ਸਾਹਿਬ, ਆਮ ਆਦਮੀ ਪਾਰਟੀ ਜੀ ਅਣਖੀ ਸਰ, ਚਲੋ ਇਹਦਾ ਨੁਕਸਾਨ ਹੋਏਗਾ ਨਹੀਂ ਹੋਏਗਾ, ਲੇਕਿਨ ਦੂਸਰੇ ਪਾਸੇ ਆਪਾਂ ਮੀਟਿੰਗ ਦੀ ਗੱਲ ਕਰੀਏ, ਮੀਟਿੰਗ ਤੋਂ ਬਾਅਦ ਇੱਕ ਪਾਰਟੀ ਆਮ ਆਦਮੀ ਪਾਰਟੀ ਕਿਨਾਰਾ ਕਰਦੀ ਹੋਈ ਨਜ਼ਰ ਆ ਰਹੀ ਹੈ ਗਠਬੰਧਨ ਤੋਂ, ਜੋ ਵਿਰੋਧੀਆਂ ਦਾ ਗਠਬੰਧਨ, ਭਾਵੇਂ ਕਿ ਅਜੇ ਉਹਦਾ ਕੋਈ ਨਾਮ ਨਹੀਂ ਮਿਲਿਆ, ਲੇਕਿਨ ਗਠਬੰਧਨ ਦੀ ਗੱਲ ਕੱਲ ਵੀ ਮੀਟਿੰਗ 'ਚ ਹੋਈ ਸੀ। ਤੇ ਬਾਕੀ ਗੱਲ ਰਹੀ ਦੂਸਰੀ ਮੀਟਿੰਗ ਦੀ, ਕਿਉਂਕਿ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਨਿਤੀਸ਼ ਕੁਮਾਰ ਜੀ ਵੱਲੋਂ ਦੱਸਿਆ ਗਿਆ ਵੀ 10 ਤੋਂ ਲੈ ਕੇ 12 ਤਰੀਕ ਦੇ ਵਿੱਚ ਇੱਕ ਹੋਰ ਮੀਟਿੰਗ, ਅਹਿਮ ਮੀਟਿੰਗ ਹੋਏਗੀ ਸ਼ਿਮਲਾ ਦੇ ਵਿੱਚ ਇਹਨਾਂ ਸਾਰੇ ਵਿਰੋਧੀ ਪਾਰਟੀਆਂ ਦੀ। ਉੱਥੇ ਸੀਟਾਂ ਨੂੰ ਲੈ ਕੇ ਤੈਅ ਕੀਤਾ ਜਾਏਗਾ ਵੀ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੜੇਗੀ, ਕਿੰਨੀਆਂ ਸੀਟਾਂ ਤੋਂ ਉਮੀਦਵਾਰ ਉਤਾਰੇਗੀ ਤੇ ਕਿੱਥੋਂ ਉਮੀਦ ਉਤਾਰੇਗੀ। ਕਿ ਜਦੋਂ ਹੁਣ ਇਹ ਮੀਟਿੰਗ ਹੋਏਗੀ ਇਹਨਾਂ ਸਾਰੀਆਂ ਮੀਟਿੰਗਾਂ ਦੇ ਵਿੱਚ ਕਿ ਸਾਰੀਆਂ ਪਾਰਟੀਆਂ ਇੱਕਮਤ ਹੋ ਪਾਉਣਗੇ ਕਿ ਇਹ ਗਠਬੰਧਨ ਦੇ ਵਿੱਚੋਂ ਪਟਨਾ ਦੀ ਮੀਟਿੰਗ ਤੋਂ ਬਾਅਦ ਜਿਵੇਂ ਇੱਕ ਪਾਰਟੀ ਬਾਹਰ ਚਲੀ ਗਈ ਆਮ ਆਦਮੀ ਪਾਰਟੀ, ਕੀ ਹੋਰ ਪਾਰਟੀਆਂ ਵੀ ਇਸ ਗਠਬੰਧਨ ਤੋਂ ਬਾਹਰ ਜਾ ਸਕਦੇ ਨੇ। ਅਹਿਮ ਫੈਸਲਾ ਸੀਟਾਂ ਨੂੰ ਲੈ ਕੇ ਜਦੋਂ 10 ਤੋਂ ਲੈ ਕੇ 12 ਤਰੀਕ ਤੱਕ ਜੋ ਸ਼ਿਮਲਾ 'ਚ ਮੀਟਿੰਗ ਹੋਗੀ ਉਸ ਦੌਰਾਨ ਕਿਵੇਂ ਦੇਖ ਰਹੇ ਹੋ ਉਸ ਮੀਟਿੰਗ ਨੂੰ? ਦੇਖੋ 227 ਸੀਟਾਂ ਦੀ ਗੱਲ ਜਿਹੜੀ ਚੱਲ ਰਹੀ ਹੈ, ਕਾਂਗਰਸ ਜਿਹੜੀ 227 ਸੀਟਾਂ ਉਸ ਨੂੰ ਦਿੱਤੀਆਂ ਜਾ ਸਕਦੀਆਂ ਨੇ ਇਸ ਗੱਠਜੋੜ ਦੇ ਵਿਚਕਾਰ ਜਿਹੜਾ ਗੱਠਜੋੜ ਹੋਇਆ। ਤੇ ਲਖਵਿੰਦਰ ਜੀ ਜਿਹੜੀ ਸ਼ਿਮਲੇ ਦੀ ਮੀਟਿੰਗ ਦੀ ਜਿਸ ਦੀ ਤੁਸੀਂ ਗੱਲ ਕਰ ਜੀ, ਇਹ ਮੀਟਿੰਗ ਅਜੇ ਇੰਨੀ ਸੌਖੀ ਲੱਗਦੀ ਨਹੀਂ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਇਹ ਗੱਠਜੋੜ ਸਫਲ ਹੋ ਜਾਵੇਗਾ, ਕਿਉਂਕਿ ਅਸਲ ਲੜਾਈ ਜਿਹੜੀ ਆ ਉਹ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਰੂਪ ਦੇ ਵਿੱਚ ਚੱਲਣੀ ਹੈਗੀ ਹੈ। ਕਾਂਗਰਸ ਨੂੰ 227 ਸੀਟਾਂ ਦੇਣ ਦੇ ਮੂਲ ਦੇ ਵਿੱਚ ਗੱਠਜੋੜ ਹੈਗਾ। ਜਿਸ ਤਰੀਕੇ ਨਾਲ ਪਤਾ ਲੱਗਾ ਕਿ 227 ਸੀਟਾਂ ਜਿਹੜੀਆਂ ਕਾਂਗਰਸ ਲੜੇ, ਤਾਂ ਬਾਕੀ ਸੀਟਾਂ ਦੇ ਜਿਹੜੇ ਵਿਰੋਧੀ ਪਾਰਟੀਆਂ ਹੋਣਗੀਆਂ ਉਹ ਆਪੋ ਆਪਣੇ ਉਮੀਦਵਾਰ ਖਿਲਾਫ ਹੋਈ। ਤੇ ਸ਼ਿਮਲੇ ਦੇ ਵਿੱਚ ਮੀਟਿੰਗ ਤੋਂ ਬਾਅਦ ਜਿਹੜੀ ਅਗਲੀ ਜੰਗ ਜਿਹੜੀ ਹੈ ਜਾਂ ਅਸਲ ਗੱਲ ਉੱਥੋਂ ਮੁੱਖ ਮੰਤਰੀ ਦੇ ਰੂਪ ਦੀ ਚੱਲਣੀ ਹੈ, ਕਿਉਂਕਿ ਕਾਂਗਰਸ ਪਹਿਲੇ ਵੀ ਸੂਰਤ ਵਿੱਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਦਾ ਅਹੁਦਾ ਛੱਡਣ ਨੂੰ ਤਿਆਰ ਜਿਹੜੀ ਆ ਉਹ ਨਹੀਂ ਹੋਵੇ ਜੀ। ਤਾਂ ਕੁਦਰਤੀ ਤੌਰ ਤੇ ਸੁਖਿੰਦਰ ਜੀ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਰੀ ਸਥਿਤੀ ਜਿਹੜੀ ਆ ਜਿਹੜੀ ਸ਼ਿਮਲੇ ਤੋਂ ਮੀਟਿੰਗ ਤੋਂ ਬਾਅਦ ਜਿਹੜੀ ਆ ਉਹ ਸਪਸ਼ਟ ਹੋਵੇ ਜੀ। ਸੋ ਦੂਸਰੀ ਅਹਿਮ ਖਬਰ ਵੀ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਨਾਲ, ਕਿਉਂਕਿ ਭ੍ਰਿਸ਼ਟਾਚਾਰ ਜ਼ੀਰੋ ਟੋਲਰੈਂਸ ਦੀ ਗੱਲ ਭਗਵੰਤ ਸਿੰਘ ਮਾਨ ਪਹਿਲੇ ਦਿਨ ਤੋਂ ਕਹਿੰਦੇ ਨਜ਼ਰ ਆ ਰਹੇ ਨੇ ਜਦੋਂ ਤੋਂ ਉਹ ਮੁੱਖ ਮੰਤਰੀ ਬਣੇ ਨੇ। ਲੇਕਿਨ ਪਿਛਲੇ ਦਿਨ ਹੀ ਹੁਣ ਆਪਾਂ ਜਿਵੇਂ ਦੇਖਿਆ ਕਿ ਲਿਸਟ ਵਿਜੀਲੈਂਸ ਵੱਲੋਂ ਜਾਰੀ ਹੋਈ, ਉਹ ਮਾਮਲਾ ਠੰਡੇ ਬਸਤੇ 'ਚ ਪੈਂਦਾ ਨਜ਼ਰ ਆ ਰਿਹਾ। ਲੇਕਿਨ ਇਸ ਦੇ ਉੱਪਰ ਹੁਣ ਲੀਤਾ ਪੋਤੀ ਜਿਹੜੀ ਉਹ ਬ੍ਰਹਮ ਸ਼ੰਕਰ ਜਿੰਪਾ ਜੀ ਮੰਤਰੀ ਵੱਲੋਂ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕੱਲ੍ਹ ਇੱਕ ਅਹਿਮ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਵੀ ਜੋ ਹੇਠਲੇ ਪੱਧਰ ਦੇ ਅਧਿਕਾਰੀ ਨੇ ਇਹਨਾਂ ਕਚਹਿਰੀਆਂ ਦੇ ਵਿੱਚ, ਉਹਨਾਂ ਨੂੰ ਸਖਤ ਹਦਾਇਤਾਂ ਨੇ ਵੀ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ ਕਚਹਿਰੀਆਂ ਦੇ ਵਿੱਚ, ਉਹਨਾਂ ਦੇ ਕੰਮਕਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ
ਤੇ 2 ਨੰਬਰਾਂ ਦੀ ਗੱਲ ਕਰਦੇ ਨਜ਼ਰ ਆਏ ਨੇ ਵੀ ਇੱਕ ਹੈਲਪਲਾਈਨ ਨੰਬਰ ਸਿਰਫ ਔਰ ਸਿਰਫ ਮਹਿਕਮੇ ਨੂੰ ਲੈ ਕੇ 2 ਨੰਬਰ ਹੈਲਪਲਾਈਨ ਨੰਬਰਾਂ ਦੀ ਗੱਲ ਕੀਤੀ ਹੈ ਵੀ ਇਹਦੇ ਉੱਪਰ ਜੇਕਰ ਕਿਸੇ ਨੂੰ ਖੱਜਲ ਖੁਆਰੀ ਹੁੰਦੀ ਹੈ, ਕੋਈ ਸ਼ਿਕਾਇਤ ਹੈ ਇਹਨਾਂ ਅਧਿਕਾਰੀਆਂ ਖਿਲਾਫ, ਤਾਂ ਉਹ ਆਪਣੀ ਲਿਖਤੀ ਸ਼ਿਕਾਇਤ ਦੇ ਸਕਦੇ ਨੇ। ਕਿਵੇਂ ਦੇਖ ਰਹੇ ਹੋ? ਹੈਲਪਲਾਈਨ ਨੰਬਰ ਪਹਿਲਾਂ ਵੀ ਜਾਰੀ ਹੋਏ ਸੀ, ਨਵੇਂ ਜਾਰੀ ਹੋ ਗਏ, ਤੇ ਸਭ ਤੋਂ ਅਹਿਮ ਗੱਲ ਇਸ ਗੱਲ ਦੀ ਕੀ ਸ਼ੋਰਟੀ ਹੋਏਗੀ ਕਿ ਜਿਹੜੀਆਂ ਸ਼ਿਕਾਇਤਾਂ ਇਸ ਹੈਲਪਲਾਈਨ ਨੰਬਰ ਦੇ ਉੱਪਰ ਪਹੁੰਚਣਗੀਆਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਏਗੀ, ਕਿਉਂਕਿ ਕਾਰਵਾਈ ਉਹਨਾਂ ਅਧਿਕਾਰੀਆਂ ਖਿਲਾਫ ਵੀ ਹੁੰਦੀ ਨਜ਼ਰ ਨਹੀਂ ਆ ਰਹੀ ਜਿਨ੍ਹਾਂ ਅਧਿਕਾਰੀਆਂ ਦੀ ਭ੍ਰਿਸ਼ਟਾਚਾਰ ਨੂੰ ਲੈ ਕੇ ਇੱਕ ਸੂਚੀ ਵਿਜੀਲੈਂਸ ਨੇ ਸੌਂਪੀ ਸੀ ਸਰਕਾਰ ਨੂੰ। ਫਿਰ ਕਿਵੇਂ ਦੇਖ ਸਕਦੇ ਹਾਂ ਕਿ ਮਾਨ ਸਰਕਾਰ ਇਸ ਮਾਮਲੇ ਦੇ ਉੱਪਰ ਟਿਕਦੀ ਨਜ਼ਰ ਆਏਗੀ? ਦੇਖੋ ਮਾਨ ਸਾਹਿਬ, ਇੱਕ ਗੱਲ ਆ ਕਿ ਆਮ ਆਦਮੀ ਪਾਰਟੀ ਦੀ ਇੱਕ ਪਿਰਤ ਅਸੀਂ ਕਹਿ ਸਕਦੇ ਕਿ ਪਿਰਤ ਪਾ ਚੁੱਕੇ ਕਿ ਉਹ ਫੈਸਲਾ ਕਰਦੇ ਤੇ ਬਾਅਦ ਵਿੱਚ ਯੂ ਟਰਨ ਉਹ ਲੈ ਲੈਂਦੇ। ਇਹ ਬੜੇ ਮੁੱਦੇ ਇੱਦਾਂ ਦੇ ਰਹੇ ਨੇ ਬੀਤੇ ਸਮੇਂ ਦੇ ਵਿੱਚ, ਪਹਿਲਾਂ ਫੈਸਲਾ ਕਰ ਲਿਆ, ਬਾਅਦ 'ਚ ਯੂ ਟਰਨ ਲੈ ਲਿਆ। ਹੁਣ ਅੱਜ ਤੋਂ 6 ਦਿਨ ਪਹਿਲਾਂ ਜਾਂ 4 ਦਿਨ ਪਹਿਲਾਂ ਇੱਕ ਲਿਸਟ ਜਿਹੜੀ ਜਾਰੀ ਹੁੰਦੀ ਆ ਜਨਤਕ ਡੋਮੇਨ ਤੇ, ਪਬਲਿਕ ਡੋਮੇਨ ਤੇ ਸਾਹਮਣੇ ਹੁੰਦੀ ਹੈ, ਜਿਹਦੇ ਵਿੱਚ 50 ਦੇ ਕਰੀਬ ਜਾਂ 48 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਜਿਨ੍ਹਾਂ ਦੀ ਵਿਜੀਲੈਂਸ ਮੰਗ ਕਰਦਾ ਕਿ ਹਾਂ ਵੀ ਇਹ ਬੰਦੇ ਕਰਪਟ ਨਹੀਂ, ਇਹਨਾਂ ਨੇ ਇਹਨਾਂ ਰਾਹੀਂ ਪੈਸੇ ਦਿੱਤੇ। ਉਹ ਲਿਸਟ ਜਾਰੀ ਹੁੰਦੀ ਹੈ ਤੇ ਲਿਸਟ ਜਾਰੀ ਹੋਣ ਦੇ ਨਾਲ ਹੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਜਿਨ੍ਹਾਂ ਦੇ ਨਾਮ ਨੇ ਜਾਂ ਸਮੁੱਚਾ ਪੰਜਾਬ ਦੇ ਤਹਿਸੀਲਦਾਰ ਸਮੂਹ ਛੁੱਟੀ 'ਤੇ ਚਲੇ ਜਾਂਦੇ। ਸਰਕਾਰ ਨੂੰ ਹਫੜਾ ਦਫੜੀ ਪੈ ਜਾਂਦੀ ਹੈ। ਹਫੜਾ ਦਫੜੀ ਪੈਣ ਤੋਂ ਬਾਅਦ ਸਰਕਾਰ ਕੀ ਕਰਦੀ ਹੈ? ਮੀਟਿੰਗ ਕਰਦੀ ਹੈ। ਮੀਟਿੰਗ ਉਸ ਵਕਤ ਕਰਦੀ ਹੈ ਜਦੋਂ ਉਹ ਤਹਿਸੀਲਦਾਰ ਇਹ ਬਿਆਨ ਦਿੰਦੇ ਆ ਕਿ ਹਾਂ ਭਾਈ ਅਸੀਂ ਜੋ ਕਰਪਟ ਕਰਦੇ ਹਾਂ ਜਾਂ ਜੋ ਅਸੀਂ ਕਰਪਸ਼ਨ ਕਰਦੇ ਹਾਂ ਉਹ ਅਸੀਂ ਆਪਣੇ ਤੱਕ ਸੀਮਿਤ ਨਹੀਂ ਆ, ਉਹ ਡੀਸੀਆਂ ਤੱਕ ਜਾਂ ਉੱਪਰ ਦੇ ਪੱਧਰ ਦੇ ਅਧਿਕਾਰੀਆਂ ਤੱਕ ਉਹ ਮਾਲਮਤਾ ਜਾਂਦਾ, ਫਿਰ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਂਦੀ। ਜਦੋਂ ਇਹੋ ਜਿਹੇ ਬਿਆਨ ਸਾਹਮਣੇ ਆਉਂਦੇ ਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਇੱਕ ਦਿਨ ਦੇ ਵਿੱਚ ਹੀ ਰਜਿਸਟਰੀਆਂ ਨਾ ਹੋਣ ਕਰਕੇ ਕਰੋੜਾਂ ਰੁਪਈਆ ਦਾ ਨੁਕਸਾਨ ਜਿਹੜਾ ਹੁੰਦਾ ਤੇ ਸਰਕਾਰ ਫਿਰ ਵਿਚਕਾਰਲਾ ਰਸਤਾ ਇਹ ਕੱਢਦੀ ਹੈ ਕਿ ਹਾਂਜੀ ਫਿਰ ਚਲੋ ਕੋਈ ਗੱਲ ਨਹੀਂ, ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਨਹੀਂ ਕਰਾਂਗੇ, ਡੀਸੀ ਜਾਂਚ ਕਰੇਗਾ ਤੇ ਫਿਰ ਡੀਸੀ ਦੀ ਰਿਪੋਰਟ ਦੇ ਉੱਤੇ ਫਿਰ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਜੀ। ਚਾਹੀਦਾ ਤਾਂ ਇਹ ਸੀ ਕਿ ਜਿਹੜੇ ਉਹ ਬੰਦਿਆਂ ਦੇ ਨਾਮ ਆਏ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਂਦੀ, 2-4 ਬੰਦੇ ਫੜੇ ਜਾਂਦੇ, ਅਰੈਸਟ ਕੀਤੇ ਜਾਂਦੇ, ਬਾਕੀ ਆਪਣੇ ਆਪ ਹੀ ਸਿੱਧੇ ਜਿਹੜੇ ਹੋ ਜਾਂਦੇ। ਪਰ ਸਰਕਾਰ ਜਿਸ ਤਰੀਕੇ ਨਾਲ ਠੋਕੀ ਵਾਹਵਾ ਕੱਟਣ ਵਾਸਤੇ ਪਹਿਲਾਂ ਲਿਸਟਾਂ ਜਾਰੀ ਕਰ ਦਿੰਦੀ, ਅਖਬਾਰ ਦੇ ਵਿੱਚ ਭੇਜਦੀ ਆ, ਬਾਅਦ ਵਿੱਚ ਕਰ ਲੈ ਲੈਂਦੀ, ਉਹੀ ਹਾਲ ਇਸ ਸੰਬੰਧ ਵਿੱਚ ਹੋਇਆ। ਹੁਣ ਮਾਲ ਮੰਤਰੀ ਸਾਹਿਬ ਦਾ ਇਹ ਬਿਆਨ ਆਇਆ ਕਿ 2 ਨੰਬਰ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਆ ਕਿ ਤਹਿਸੀਲ ਪੱਧਰ ਤੇ ਕਿਸੇ ਵੀ ਵਿਅਕਤੀ ਦੇ ਨਾਲ ਕਿਸੇ ਖੱਜਲ ਖੁਆਰੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਉਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ, ਚਾਹੇ ਪਟਵਾਰੀ ਹੋਵੇ, ਚਾਹੇ ਉਹ ਤਹਿਸੀਲਦਾਰ ਨਾਲ ਸੰਬੰਧਿਤ ਹੋਣ, ਕਿਸੇ ਕਿਸਮ ਦੀ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ। ਤੇ ਜੇ ਕੋਈ ਖੱਜਲ ਖੁਆਰੀ ਜਾਂ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਇਹ 2 ਨੰਬਰ ਜਿਹੜੇ ਉਹਨਾਂ ਨੇ ਜਾਰੀ ਕੀਤੇ ਉਹਨਾਂ ਤੇ ਉਹ ਸ਼ਿਕਾਇਤ ਜਿਹੜੀ ਉਹ ਕਰ ਸਕਦੇ। ਹੁਣ ਸੋਚਣ ਵਾਲੀ ਗੱਲ ਹੈਗੀ ਕਿ ਜਿਹੜਾ ਕੋਈ ਬੰਦਾ ਸਧਾਰਨ ਵਿਅਕਤੀ ਉੱਥੇ ਜਾਵੇਗਾ, ਜਦੋਂ ਤਹਿਸੀਲਦਾਰ ਮੰਨ ਲਓ ਕਿ ਉਹਦਾ ਕੰਮ ਨਹੀਂ ਕਰਦਾ, ਉਹ ਸ਼ਿਕਾਇਤ ਕਰਦਾ, ਤਾਂ ਉਹ ਸ਼ਿਕਾਇਤ ਕਰਨ ਦਾ ਸਿੱਟਾ ਤਾਂ ਇਹ ਤਾਂ ਕਿ ਬੰਨੇ ਗੱਲ ਲੱਗੂਗੀ ਹਾਂ ਕਿ ਉਹਦੇ ਉੱਤੇ ਕਾਰਵਾਈ ਹੋਵੇ। ਤੇ ਜੇ ਉਹਦੇ ਉੱਤੇ ਕਾਰਵਾਈ ਹੋਈ ਨਹੀਂ ਤੇ ਦੂਜੇ ਪਾਸੇ ਉਹ ਵਿਅਕਤੀ ਸ਼ਿਕਾਇਤ ਕਰ ਦਿੰਦਾ ਤਾਂ ਉਹ ਸੰਬੰਧਿਤ ਅਧਿਕਾਰੀ ਦੇ ਖਿਲਾਫ, ਜਿਸ ਦੇ ਖਿਲਾਫ ਸ਼ਿਕਾਇਤ ਕਰਦਾ, ਕੀ ਉਹ ਫਿਰ ਕੱਲ ਨੂੰ ਉਸਦਾ ਕੰਮ ਕਰੇਗਾ? ਇਹ ਸੂਰਤ ਵਿੱਚ ਨਹੀਂ ਕਰੇਗਾ। ਉਹ ਕਹੂਗਾ ਜਾ ਵੀ ਜਿਹੜੀ ਤੂੰ ਸ਼ਿਕਾਇਤ ਕਰਨੀ ਹੈ ਕਰਿਆ, ਬਾਕੀ ਕੰਮ ਬਾਅਦ 'ਚ ਕੀਤੇ ਜਾਣਗੇ। ਸੋ ਅਜਿਹੀ ਜਿਹੜੀ ਨੀਤੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਮਾਲ ਮੰਤਰੀ ਸਾਹਿਬ ਨੇ ਜਿਹੜੀ ਅਪਣਾਈ ਹੈ ਕਿ ਹਾਂ ਵੀ ਉਸ ਟੋਲ ਫ੍ਰੀ ਨੰਬਰ ਤੇ ਤੁਸੀਂ ਸ਼ਿਕਾਇਤ ਕਰੋ। ਮਾਨ ਸਾਹਿਬ, ਬੀਤੇ ਦੌਰ ਦੇ ਵਿੱਚ ਵੀ ਬੜੀਆਂ ਸ਼ਿਕਾਇਤਾਂ ਲੋਕਾਂ ਨੇ ਜਿਹੜੀ ਮੁੱਖ ਮੰਤਰੀ ਸਾਹਿਬ ਦੇ ਹੈਲਪਲਾਈਨ ਜਿਹੜੀ ਜਾਰੀ ਕੀਤੀ ਸੀ ਉਹਦੇ ਉੱਤੇ ਸ਼ਿਕਾਇਤਾਂ ਬੜੀਆਂ ਕੀਤੀਆਂ, ਪਰ ਅਜੇ ਤੱਕ ਉਹਨਾਂ ਦੇ ਵਿੱਚੋਂ ਆਪ ਹੀ ਦੱਸਦੇ ਕਿ ਕਿੰਨੇ ਦੀ ਕਾਰਵਾਈ ਜਿਹੜੀ ਹੋਈ ਹੈ। ਹੁਣ 2 ਨੰਬਰ ਹੋਰ ਜਾਰੀ ਕਰ ਦਿੱਤੇ ਗਏ। ਕਹਿਣ ਦਾ ਅਰਥ ਇਹ, ਦੱਸਣ ਦਾ ਅਰਥ ਇਹ ਆ ਆਪਣੇ ਮਾਨ ਸਾਹਿਬ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਤਹਿਸੀਲਦਾਰਾਂ ਵਾਲੇ ਮੁੱਦੇ ਦੇ ਉੱਤੇ ਯੂ ਟਰਨ ਲਿਆ ਤੇ ਦੂਜੇ ਪਾਸੇ ਹੁਣ ਆਪਣੀ ਜਿਹੜੀ ਕਿਰਕਰੀ ਹੋਈ ਜੋ ਉਹ ਤੋਂ ਬਚਾਉਣ ਕਰਕੇ 2 ਹੈਲਪ ਨੰਬਰ ਜਾਰੀ ਕੀਤੇ ਨੇ, ਇਹ ਕਿਸੇ ਵੀ ਸੂਰਤ ਵਿੱਚ ਲੋਕਾਂ ਦਾ ਭਲਾ ਕਰਦੇ ਨਜ਼ਰ ਨਹੀਂ ਆ ਰਹੇ। ਹੁਣ ਅੱਗੇ ਤੋਂ ਜ਼ਿਆਦਾ ਤਹਿਸੀਲਾਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਜ਼ਿਆਦਾ ਲੋਕਾਂ ਦਾ ਸ਼ੋਸ਼ਣ ਜਿਹੜਾ ਉਹ ਹੋਵੇਗਾ, ਕਿਉਂਕਿ ਹੁਣ ਪਤਾ ਲੱਗ ਗਿਆ ਕਿ ਸਰਕਾਰ ਜਿਹੜੀ ਆ ਇੱਛਾ ਸ਼ਕਤੀ ਸਰਕਾਰ ਦੀ ਕਮਜ਼ੋਰ ਇੱਛਾ ਸ਼ਕਤੀ ਹੈ। ਕਮਜ਼ੋਰ ਇੱਛਾ ਸ਼ਕਤੀ ਤੋਂ ਭਾਵ ਇਹ ਕਿ ਸਰਕਾਰ ਕਿਸੇ ਵੀ ਕਿਸਮ ਦੀ ਕਾਰਵਾਈ ਕਰਨ ਤੋਂ ਅਸਮਰੱਥ ਆ, ਉਹ ਡਰਦੀ ਆ ਅਫਸਰਸ਼ਾਹੀ ਤੋਂ ਜਾਂ ਥੱਲੜੇ ਪੱਧਰ ਤੋਂ। ਸੋ ਅਜਿਹੀ ਸੂਰਤ ਵਿੱਚ ਮਾਲ ਮੰਤਰੀ ਜਿੰਪੇ ਦਾ ਇਹ ਬਿਆਨ ਆਉਣਾ ਕਿ ਇਹ 2 ਟੋਲ ਨੰਬਰ ਜਾਰੀ ਕਰ ਦਿੱਤੇ ਗਏ ਤੇ ਖੱਜਲ ਖੁਆਰੀ ਰੋਕਣ ਵਾਸਤੇ ਜੇ ਕਿਸੇ ਨੂੰ ਹੁੰਦੀ ਆ ਤਾਂ ਇਹਦੇ ਉੱਤੇ ਸ਼ਿਕਾਇਤ ਕਰੋ। ਮੇਰਾ ਨਹੀਂ ਖਿਆਲ ਕਿ ਕੋਈ ਵੀ
ਇਹ ਹੈਲਪਲਾਈਨ ਜਿਹੜੀ ਉਹਨਾਂ ਜਾਰੀ ਕੀਤੀ ਹੈ ਲੋਕਾਂ ਵਾਸਤੇ ਕਿਸੇ ਤਰੀਕੇ ਨਾਲ ਲਾਭਦਾਇਕ ਹੋਵੇ। ਕਾਰਨ ਇਸ ਦਾ ਇਹ ਕਿਉਂਕਿ ਜਿਸ ਤਰੀਕੇ ਨਾਲ ਫਿਰ ਉਹੀ ਗੱਲ ਲਗਾ ਕਰਨ ਕਿ ਜਿਸ ਤਰੀਕੇ ਨਾਲ ਤਹਿਸੀਲਦਾਰਾਂ ਦੇ ਮੁੱਦੇ ਤੇ ਸਰਕਾਰ ਨੇ ਯੂ ਟਰਨ ਲਿਆ, ਉਸ ਸੰਬੰਧ ਦੇ ਵਿੱਚ ਹੁਣ ਉਹਨਾਂ ਅਧਿਕਾਰੀਆਂ ਦੇ ਹੌਸਲੇ ਅੱਗੇ ਤੋਂ ਜ਼ਿਆਦਾ ਬੁਲੰਦ ਹੋਣਗੇ। ਮਨਮਰਜ਼ੀ ਨਾਲ ਉਹ ਕੰਮ ਕਰਦੇ, ਭ੍ਰਿਸ਼ਟਾਚਾਰ ਜ਼ੋਰਾਂ ਤੇ ਹੋਵੇਗਾ। ਲੋਕ ਅੱਜ ਕੱਲ੍ਹ ਕਹਿੰਦੇ ਨੇ ਕਿ ਅੱਗੇ ਰੇਟ ਘੱਟ ਸੀ, ਹੁਣ ਲੋਕਾਂ ਦੇ ਜਿਹੜੇ ਇੱਦਾਂ ਦੇ ਅਫਸਰਾਂ ਦੇ ਰੇਟ ਜਿਹੜੇ ਉਹ ਵੱਧ ਗਏ ਆ। ਰਿਸ਼ਵਤਖੋਰੀ ਉਸੇ ਤਰੀਕੇ ਨਾਲ ਚੱਲਦੀ ਆ। ਇਹੋ ਜਿਹੀ ਬਿਆਨਬਾਜ਼ੀ ਲੋਕ ਹੀ ਨਹੀਂ ਕਰਦੇ। ਈਵਨ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਵੀ ਕਈ ਵਾਰ ਇਹੋ ਜਿਹੇ ਦੋਸ਼ ਜਿਹੜੇ ਲਾਏ ਨੇ ਕਿ ਅਜੇ ਵੀ ਉਸੇ ਤਰੀਕੇ ਨਾਲ ਕਰਪਸ਼ਨ ਜਿਹੜੀ ਜਾਰੀ ਹੈ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਰਹੀ ਹੈ। ਸੋ ਮਾਲ ਮੰਤਰੀ ਸਾਹਿਬ ਦਾ ਇਹ ਹੁਣ ਜੋ ਉਹਨਾਂ 2 ਨੰਬਰ ਜਾਰੀ ਕੀਤੇ ਨੇ ਮਹਿਜ਼ ਸਰਕਾਰ ਦੀ ਬੀਤੇ ਦਿਨ ਵਿੱਚ ਹੋਈ ਕਿਰਕਰੀ ਤੋਂ ਬਚਾਉਣ ਵਾਸਤੇ ਹੀ ਕੀਤੇ ਗਏ ਨੇ, ਪਰ ਇਹ ਨੰਬਰ ਕਿਸੇ ਵੀ ਸੂਰਤ ਵਿੱਚ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਵਾਸਤੇ ਹੈਲਪਫੁਲ ਹੋਣਗੇ। ਜੀ ਬਿਲਕੁਲ ਸਰ, ਬਿਲਕੁਲ। ਸੋ ਇਸ ਮਾਮਲੇ ਉੱਪਰ ਇੱਥੇ ਬੈਕਫੁੱਟ ਦੇ ਉੱਪਰ ਸਰਕਾਰ ਦਿਖਾਈ ਦੇ ਰਹੀ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਉੱਪਰ, ਕਿਉਂਕਿ ਵਿਜੀਲੈਂਸ ਦੇ ਵੱਲੋਂ ਇਹ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਨੇ, ਲੇਕਿਨ ਹੁਣ ਸਰਕਾਰ ਸ਼ਾਇਦ ਵਿਚਕਾਰਲਾ ਰਸਤਾ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ, ਜਿਵੇਂ ਚਰਚਾਵਾਂ ਪਿਛਲੇ ਦਿਨੀ ਛਿੜ ਚੁੱਕੀਆਂ ਨੇ। ਦੂਸਰੇ ਪਾਸੇ ਗੱਲ ਕਰੀਏ ਜਗਰਾਵਾਂ ਦੀ ਉਹ ਕੋਠੀ ਜਿਹੜੀ ਵਿਵਾਦਾਂ 'ਚ ਰਹੀ ਸੀ, ਭਾਵੇਂ ਹੁਣ ਉਸਦੀਆਂ ਚਾਬੀਆਂ, ਕਿਉਂਕਿ ਇਲਜ਼ਾਮ ਲੱਗੇ ਸੀ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕਾ ਦੇ ਉੱਪਰ ਕਿ ਉਹਨਾਂ ਵੱਲੋਂ ਕੋਠੀ ਦੱਬਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹ ਵਿਵਾਦ ਅਜੇ ਠੰਡਾ ਵੀ ਨਹੀਂ ਪਿਆ ਪੂਰੀ ਤਰੀਕੇ ਦੇ ਨਾਲ। ਦੂਸਰੇ ਪਾਸੇ ਜ਼ਿਲ੍ਹਾ ਲੁਧਿਆਣੇ ਦੇ ਰਾਏਕੋਟ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਿਵਾਦਾਂ 'ਚ ਨਹੀਂ, ਕਿਉਂਕਿ ਹੁਣ ਮਾਮਲਾ ਜ਼ਮੀਨ ਹੜੱਪਣ ਦਾ ਹੈ ਤੇ ਮਾਮਲਾ ਦਰਜ ਹੋਇਆ ਉਹਨਾਂ ਦੇ ਹੀ ਬਹੁਤ ਕਰੀਬੀਆਂ ਦੇ ਉੱਪਰ, ਜਿਨ੍ਹਾਂ ਦੇ ਵਿੱਚੋਂ ਕੁਝ ਅਹਿਮ ਲੀਡਰ ਨੇ ਤੇ ਆਮ ਆਦਮੀ ਪਾਰਟੀ ਦੇ ਬਹੁਤ ਨੇੜਲੇ ਨੇ। ਜੇ ਕਹੀਏ ਠੇਕੇਦਾਰ ਸਾਹਿਬ ਦੇ, ਐਮਐਲਏ ਸਾਹਿਬ ਦੇ ਬਹੁਤ ਨੇੜਲੇ ਨੇ। ਕਿਵੇਂ ਦੇਖ ਰਹੇ ਹੋ ਹੁਣ ਆਮ ਆਦਮੀ ਪਾਰਟੀ ਦੀ ਇਸ ਕਾਰਜਸ਼ੈਲੀ ਨੂੰ ਕਿ ਉਹਨਾਂ ਦੇ ਹੀ ਜਿਹੜੇ ਐਮਐਲਏ ਨੇ ਉਹਨਾਂ ਦੇ ਉੱਪਰ, ਜਾਂ ਫਿਰ ਐਮਐਲਏ ਦੇ ਬਹੁਤ ਨਜ਼ਦੀਕੀ ਨੇ ਉਹਨਾਂ ਦੇ ਉੱਪਰ ਤੇ ਉਹਨਾਂ ਦੇ ਚੇਅਰਮੈਨਾਂ ਦੇ ਉੱਪਰ ਜ਼ਮੀਨ ਹੜੱਪਣ ਦੇ ਮਾਮਲੇ ਦਰਜ ਹੋ ਰਹੇ ਨੇ? ਤੇ ਦੂਸਰੇ ਪਾਸੇ ਚਰਚਾਵਾਂ ਇਹ ਵੀ ਨੇ ਕਿ ਰਾਏਕੋਟ ਦੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਉੱਪਰ ਪ੍ਰੈਸ਼ਰ ਵੀ ਪਾਇਆ ਗਿਆ ਸੀ ਕਿ ਇਸ ਮਾਮਲੇ ਨੂੰ ਪਬਲਿਕ ਡੋਮੇਨ ਦੇ ਵਿੱਚ ਨਾ ਆਉਣ ਦਿੱਤਾ ਜਾਵੇ। ਕਿਵੇਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਨੂੰ ਜ਼ਮੀਨਾਂ ਪ੍ਰਾਪਰਟੀਆਂ ਨੂੰ ਹੜੱਪਣ ਦੇ ਮਾਮਲੇ ਦੇ ਵਿੱਚ? ਲਾਲ ਸਾਹਿਬ, ਅਗਰ ਵੇਖਿਆ ਜਾਵੇ ਤਾਂ ਸਰਬਜੀਤ ਕੌਰ ਮਾਣੂਕੇ ਵਾਲੇ ਕੇਸ ਦੇ ਵਿੱਚ ਸਰਕਾਰ ਦੀ ਜਿਹੜੀ ਕਿਰਕਰੀ ਬਹੁਤ ਹੋਈ ਹੈ, ਔਰ ਅਜੇ ਤੱਕ ਉਹ ਕਿਰਕਰੀ ਜਾਂ ਉਹਨਾਂ ਖਬਰਾਂ ਦੀ ਸਾਹੀ ਜਿਹੜੀ ਹੈ ਅਖਬਾਰਾਂ 'ਚ ਸੁੱਕੀ ਨਹੀਂ ਹੈ ਕਿ ਇੱਕ ਹੋਰ ਵਿਵਾਦ ਜਿਹੜਾ ਉਹ ਸਾਹਮਣੇ ਚੜਾ ਆ ਗਿਆ, ਉਹ ਹੈ ਹਾਕਮ ਸਿੰਘ ਠੇਕੇਦਾਰ ਦੇ ਸੰਬੰਧ ਵਿੱਚ ਜਿਹੜੇ ਰਾਏਕੋਟ ਤੋਂ ਵਿਧਾਇਕ। ਉਹਨਾਂ ਦੇ ਕਰੀਬੀ ਜਿਹੜੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਤੇ ਆਮ ਆਦਮੀ ਪਾਰਟੀ ਵਿੱਚ ਬੀਤੇ ਦਿਨਾਂ ਵਿੱਚ ਉਹ ਸ਼ਾਮਲ ਹੋਏ। ਉਸ ਟਰੱਕ ਯੂਨੀਅਨ ਦੇ ਪ੍ਰਧਾਨ ਜਿਹੜੇ ਨੇ ਉਹਦੇ ਖਿਲਾਫ ਹੁਣ ਇੱਕ ਪਰਚਾ ਜਿਹੜੀ ਜ਼ਮੀਨ ਨੂੰ ਹੜੱਪਣ ਦਾ ਦਰਜ ਕੀਤਾ ਗਿਆ। ਨਾਲ ਹੀ ਨਾਲ ਉਸ ਦੇ ਉੱਤੇ ਮੁਕੱਦਮਾ ਜਿਹੜਾ ਸਕਾਰਪੀਓ ਉਹਨੂੰ ਗੱਡੀ ਨੂੰ ਭੰਨਣ ਦਾ, ਜਾਨਲੇਵਾ ਹਮਲਾ ਕਰਨ ਦਾ, ਭਾਵ ਜ਼ਬਰਦਸਤ ਧਾਰਾਵਾਂ ਦੇ ਤਹਿਤ ਜਿਹੜਾ ਉਹ ਮੁਕੱਦਮਾ ਜਿਹੜਾ ਹਾਕਮ ਸਿੰਘ ਜਿਹੜੇ ਹਨ ਠੇਕੇਦਾਰ ਉਹਨਾਂ ਦੇ ਕਰੀਬੀ ਟਰੱਕ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਦੇ ਖਿਲਾਫ ਜਿਹੜਾ ਇਹ ਪਰਚੇ ਦਰਜ ਹੋਏ। ਹੁਣ ਜਿਸ ਤਰੀਕੇ ਨਾਲ ਦੂਸਰੀ ਧਿਰ ਨੇ ਇਲਜ਼ਾਮ ਲਾਏ ਨੇ ਕਿ ਬੀਤੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਕਿਸ ਤਰੀਕੇ ਨਾਲ ਉਹਨਾਂ ਤੇ ਹਮਲੇ ਕੀਤੇ ਗਏ, ਉਸ ਤੋਂ ਬਾਅਦ ਹੁਣ ਹਾਕਮ ਸਿੰਘ ਜਿਹੜਾ ਠੇਕੇਦਾਰ ਆ, ਜਿਹੜੇ ਉਹਦੇ ਕਰੀਬੀ ਨੇ, ਉਹਨਾਂ ਨੇ ਵੀ ਦੂਜੀ ਧਿਰ ਦੇ ਖਿਲਾਫ ਜਿਹੜਾ ਰਾਜਸੀ ਦਬਾਅ ਵਿੱਚ ਜਿਹੜਾ ਪਰਚਾ ਉਹ ਦਰਜ ਜਿਹੜਾ ਕਰਵਾਤਾ, ਤਾਂ ਜੋ ਬੀਤੇ ਦੌਰ 'ਚ ਅੱਜ ਉਹ ਪਰਚੇ ਹੋਏ ਨੇ ਤਾਂ ਜੋ ਰਾਜੀਨਾਮਾ ਕਰਨ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਸਮੱਸਿਆ ਉਹ ਨਾ ਆਵੇ। ਲਖਵਿੰਦਰ ਜੀ, ਗੱਲ ਹੁਣ ਇਹ ਨਹੀਂ ਕਿ ਕਿਹੜੀ ਧਿਰ ਕੀ ਕਰ ਰਹੀ ਜਾਂ ਕੀ ਨਹੀਂ ਕਰ ਰਹੀ, ਪਰ ਜੇਕਰ ਵੇਖਿਆ ਜਾਵੇ ਤਾਂ ਇਹੋ ਜਿਹੇ ਜਿਹੜੇ ਵਾਦ ਵਿਵਾਦ ਨੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕਰੀਬੀਆਂ ਦੇ ਹਰ ਦਿਨ ਜਿਹੜੇ ਸਾਹਮਣੇ ਆ ਰਹੇ ਨੇ, ਇਹ ਸਰਕਾਰ ਦੀ ਜ਼ਬਰਦਸਤ ਕਿਰਕਰੀ ਕਰਾ ਰਹੇ ਨੇ। ਹੁਣ ਇਸ ਮੁੱਦੇ ਨੂੰ ਅਗਰ ਵੇਖਿਆ ਜਾਵੇ ਤਾਂ ਪਤਾ ਲੱਗਾ ਕਿ ਪੁਲਿਸ ਦੇ ਉੱਤੇ ਭਾਰੀ ਦਬਾਅ ਸੀ ਕਿ ਇਸ ਮੁਕੱਦਮੇ ਦੀ ਕੋਈ ਵੀ ਜਿਹੜੀ ਗੱਲ ਆ ਉਹ ਬਾਹਰ ਜਿਹੜੀ ਆ ਉਹ ਨਹੀਂ ਜਾਣੀ ਚਾਹੀਦੀ। ਮੀਡੀਆ ਨਾਲ ਸੰਬੰਧਿਤ ਲੋਕਾਂ ਨੇ ਜਦੋਂ ਕਾਫੀ ਮੁਸ਼ੱਕਤ ਕਰਕੇ ਇਸ ਸਭ ਦੀ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਮੁਕੱਦਮਾ ਨੰਬਰ ਜਿਹੜਾ 76 ਤੇ ਉਹ 78 ਆ, ਉਹ ਵਿੱਚ ਗਾਇਬ ਪੈ ਗਏ ਉਸ ਰੋਜ਼ਨਾਮੇ ਦੇ ਵਿੱਚ, ਉੱਥੇ ਹੈ ਹੀ ਕੁਝ ਨਹੀਂ। ਸੋ ਕਹਿਣ ਦਾ ਅਰਥ ਇਹ ਹੈ ਕਿ ਜਿਸ ਤਰੀਕੇ ਨਾਲ ਸੱਤਾਧਾਰੀ ਧਿਰ ਦੇ ਵਿਧਾਇਕ ਤੇ ਉਹਨਾਂ ਦੇ ਕਰੀਬੀਆਂ ਵੱਲੋਂ ਜਿਸ ਤਰੀਕੇ ਨਾਲ ਨਜਾਇਜ਼ ਕਬਜ਼ੇ, ਦੂਸਰੇ ਬੰਨੇ ਕੋਠੀਆਂ ਤੇ ਕਬਜ਼ੇ ਕੀਤੇ ਜਾ ਰਹੇ ਆ,
ਤੇ ਦੂਸਰੇ ਬੰਨੇ ਉਸਦੇ ਨਾਲ ਹੀ ਨਾਲ ਜਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਬਚਾ ਰਿਹਾ, ਇਹ ਸਭ ਕੁਝ ਇੱਕ ਗਲਤ ਸੰਦੇਸ਼ ਦੇ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਹੋ ਜਿਹੇ ਹੋਰ ਕਈ ਕਾਰਨਾਮੇ ਜਿਹੜੇ ਉਹ ਕੀਤੇ ਜਾ ਸਕਦੇ ਆ, ਜਿਹੜੀ ਸਰਕਾਰ ਦੀ ਜਾਂ ਸੱਤਾਧਾਰੀ ਧਿਰ ਦੀ ਕਿਰਤੀ ਉਹ ਕਰਾਉਣਗੇ। ਕਿਉਂਕਿ ਇਹ ਗੱਲ ਮੈਂ ਤਾਂ ਕਹਿ ਰਿਹਾ, ਬਹੁਤ ਇਹੋ ਜਿਹੇ ਮਸਲੇ ਨੇ ਖਾਸ ਤੌਰ ਤੇ ਵਿਧਾਇਕਾਂ ਨਾਲ ਸੰਬੰਧਿਤ ਜਿਹੜੇ ਆਏ ਦਿਨ ਸਾਹਮਣੇ ਆਉਂਦੇ ਆ, ਪਰ ਭਗਵੰਤ ਮਾਨ ਹੁਣੀ ਪਾਰਟੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿਸੇ ਵੀ ਵਿਧਾਇਕ ਦੇ ਖਿਲਾਫ ਕੋਈ ਵੀ ਸਖਤ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ, ਜਿਸ ਦੀ ਸੂਰਤ ਵਿੱਚ ਅਜਿਹੇ ਅੰਜਾਮ ਜਿਹੜੇ ਅਜਿਹੇ ਕਾਰਨਾਮੇ ਦਿਨ ਬ ਦਿਨ ਜਿਹੜੇ ਸਾਹਮਣੇ ਆ ਰਹੇ ਆ। ਮੈਂ ਫਿਰ ਗੱਲ ਜਗਰਾਉਂ ਵਾਲੀ ਕੋਠੀ ਹੀਰਾਬਾਗ ਦੇ ਵਿੱਚ ਜਿਹੜੀ ਕੋਠੀ ਦੀ ਗੱਲ ਕਰਦਾ ਜੀ। ਉਸ ਕੋਠੀ ਨੂੰ ਲੈਣ ਵਾਸਤੇ ਜਿਹੜੀ ਪੀੜਤ ਧਿਰ ਸੀ ਉਹਨਾਂ ਦਾ ਅਖੀਰ ਤੱਕ ਜਿਹੜਾ ਜ਼ੋਰ ਆ ਮਾਨ ਸਾਹਿਬ ਉਹ ਲੱਗ ਗਿਆ। ਫਿਰ ਪਤਾ ਨਹੀਂ ਜਾ ਕੇ ਕਿਸ ਤਰੀਕੇ ਨਾਲ ਉਹਨਾਂ ਨੂੰ ਉਸ ਕੋਠੀ ਦਾ ਜਿਹੜਾ ਕਬਜ਼ਾ ਮਿਲਿਆ, ਕਬਜ਼ਾ ਦੇ ਦਿੱਤਾ ਗਿਆ। ਕਾਰਵਾਈ ਜਿਹੜੀ ਆ ਉਹ ਹੁਣ ਜ਼ੀਰੋ ਦੇ ਬਰਾਬਰ ਹੈ। ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਗਈ। ਜਿਹੜੇ ਸੰਬੰਧਿਤ ਲੋਕ ਨੇ ਜਿਨ੍ਹਾਂ ਦੇ ਵਿੱਚ ਹੋਰ ਨਾਮ ਕਰਮ ਸਿੰਘ ਦਾ ਨਾਮ ਹੈ, ਬੀਬੀ ਦਾ ਨਾਮ ਆ, ਉਹਨਾਂ ਦੇ ਖਿਲਾਫ ਕਾਰਵਾਈ ਕਿਸੇ ਵੀ ਕਿਸਮ ਦੀ ਹੋ ਨਹੀਂ ਰਹੀ। ਤੇ ਇਸ ਦੇ ਨਾਲ ਹੀ ਨਾਲ ਨਾ ਹੀ ਸਰਕਾਰ ਵੱਲੋਂ ਇਹਦੇ ਸੰਬੰਧੀ ਕੋਈ ਬਿਆਨ ਆਇਆ ਕਿ ਹਾਂ ਭਈ ਅਸੀਂ ਸੰਬੰਧਿਤ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਂਗੇ। ਹੁਣ ਇੱਕ ਪਾਸੇ ਤਾਂ ਜਿੰਪਾ ਜੀ ਨੰਬਰ ਜਾਰੀ ਕਰਦੇ ਪਏ ਆ, ਦੂਜੇ ਪਾਸੇ ਅਜਿਹੇ ਕਬਜ਼ੇ ਜਦੋਂ ਹੋ ਰਹੇ ਆ ਤੇ ਇਸ ਦੇ ਨਾਲ ਹੀ ਨਾਲ ਸਰਕਾਰ ਵੱਲੋਂ ਇਹਨਾਂ ਸਾਰੇ ਮਸਲਿਆਂ ਤੇ ਜਿਹੜੀ ਚੁੱਪ ਧਾਰਨ ਕਰਨੀ ਕਿਸੇ ਵੀ ਸੂਰਤ ਵਿੱਚ ਅਸੀਂ ਕਹਿ ਸਕਦੇ ਕਿ ਬਰਦਾਸ਼ਤ ਕਰਨ ਯੋਗ ਨਹੀਂ ਹੈਗੀ ਜੀ। ਹਾਂ, ਵਿਰੋਧੀ ਧਿਰਾਂ ਨੂੰ ਚਾਹੀਦਾ ਕਿ ਇਸ ਮੁੱਦਿਆਂ ਨੂੰ ਉਛਾਲਣ ਤਾਂ ਜੋ ਸਰਕਾਰ ਨੂੰ ਇਸ ਦੇ ਸੰਬੰਧੀ ਜਵਾਬ ਦੇਣ ਵਾਸਤੇ ਮਜਬੂਰ ਹੋਣਾ ਪਵੇ। ਪਰ ਦੂਜੇ ਪਾਸੇ ਗੱਲ ਇਹ ਵੀ ਆ ਕਿ ਵਿਰੋਧੀ ਧਿਰ ਕੋਲ ਇਹਦੇ ਵੱਲ ਜਾਣ ਦਾ ਧਿਆਨ ਹੀ ਨਹੀਂ ਆ, ਉਹ ਆਪੋ ਆਪਣੇ ਮਸਲਿਆਂ ਦੇ ਵਿੱਚ ਉਲਝੀਆਂ ਪਈਆਂ ਨੇ। ਸੋ ਸਰਕਾਰ ਨੂੰ ਇਹ ਗੱਲ ਚਾਹੀਦੀ ਹੈ ਕਿ ਜੇਕਰ ਉਹਨਾਂ ਨੇ ਇੱਕ ਸਾਫ਼ ਸੁਥਰਾ ਜਾਂ ਪਾਰਦਰਸ਼ਤਾ ਲਿਆਉਣ ਦਾ ਵਾਅਦਾ ਕੀਤਾ ਸੀ ਤਾਂ ਉਹਨਾਂ ਨੂੰ ਇਹੋ ਜਿਹੇ ਵਿਧਾਇਕਾਂ ਜਾਂ ਉਹਨਾਂ ਦੇ ਨਜ਼ਦੀਕੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਮਾਨ ਸਾਹਿਬ ਜਿਹੜੀ ਉਹ ਕਰਨੀ ਚਾਹੀਦੀ ਹੈ, ਤਾਂ ਹੀ ਲੋਕਾਂ ਦੇ ਵਿੱਚ ਸਰਕਾਰ ਦਾ ਜਿਹੜਾ ਅਕਸ ਆ ਉਹ ਠੀਕ ਰਹੇਗਾ। ਜੀ ਜੀ ਬਿਲਕੁਲ ਬਿਲਕੁਲ ਸਰ, ਚਾਹੇ ਕੁਝ ਵੀ ਹੋਵੇ। ਹੁਣ ਆਪਾਂ ਗੱਲ ਕਰੀਏ ਐਮਐਲਏ ਸਾਹਿਬ ਉਹਨਾਂ ਦੇ ਕਰੀਬੀਆਂ ਦੀ, ਜਿਨ੍ਹਾਂ ਦੇ ਵਿੱਚ ਤੁਸੀਂ ਟਰੱਕ ਯੂਨੀਅਨ ਦੀ ਗੱਲ ਕੀਤੀ, ਨਾਲ ਹੀ ਨਾਲ ਲੈਂਡਮਾਰਕਸ ਬੈਂਕ ਦੇ ਚੇਅਰਮੈਨ ਸਾਹਿਬ ਤੂਰ ਸਾਹਿਬ ਉਹ ਵੀ ਇਸ ਮਾਮਲੇ 'ਚ ਇਨਵੋਲਵ ਨੇ। ਸੋ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਕਿਰਕਰੀ ਖਾਸ ਤੌਰ ਤੇ ਜ਼ਮੀਨਾਂ ਜਾਇਦਾਦਾਂ ਨੂੰ ਹੜੱਪਣ ਨੂੰ ਲੈ ਕੇ ਜ਼ਿਆਦਾ ਹੀ ਹੋਣੀ ਸ਼ੁਰੂ ਹੋ ਗਈ ਹੈ। ਮਾਨ ਸਰਕਾਰ ਨੂੰ ਇਸ ਪੱਖ ਦੇ ਵਿੱਚ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਜ਼ਰੂਰ ਹੈ ਤੇ ਤਵੱਜੋ ਵੀ ਦੇਣੀ ਚਾਹੀਦੀ ਹੈ, ਕਿਉਂਕਿ ਆਮ ਲੋਕਾਂ ਦੇ ਵੱਲੋਂ ਸਰਕਾਰ ਚੁਣੀ ਗਈ ਤੇ ਸਰਕਾਰ ਵੱਲੋਂ ਵੀ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ। ਸੋਣਕੀ ਸਾਹਿਬ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।